ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਐਂਡ ਵੈਲਕਮ ਬੈਕ ਟੂ ਆਰ ਸੈਸ਼ਨ ਆਫ MCQs ਫॉर ਟੈਕਸੇਸ਼ਨ। ਅਸੀਂ ਟੈਕਸੇਸ਼ਨ ਤੇ ਇੰਡਸਟਰੀਅਲ ਰਿਲੇਸ਼ਨਸ ਦੇ ਟੌਪਿਕ 5 MCQs ਨਾਲ ਕਰਾਂਗੇ। ਨਾਓ ਅੱਜ ਦਾ ਜਿਹੜਾ ਲੈਕਚਰ ਹੋਵੇਗਾ ਨਾ ਸਾਡਾ ਉਹ 10 MCQs ਦਾ ਹੋਵੇਗਾ, ਠੀਕ ਹੈ। ਵੈਸੇ ਤਾਂ ਜਨਰਲੀ ਅਸੀਂ 5 MCQs ਲੈਂਦੇ ਪਰ ਅੱਜ ਅਸੀਂ 10 MCQs ਲਵਾਂਗੇ ਬਿਕੋਜ਼ ਸੈਟਰਡੇ ਨੂੰ ਸਾਡੀ ਕਲਾਸ ਨਹੀਂ ਆਈ ਸੀ, ਰਾਈਟ। ਤਾਂ ਸੈਟਰਡੇ ਦਾ ਜਿਹੜਾ ਬੈਕਲੌਗ ਹੈਗਾ ਉਹ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਪੂਰਾ ਕਰਾਂਗੇ। ਕਲੀਅਰ। ਨਾਓ ਇੱਕ ਵਾਰੀ ਦੇਖ ਲੈਂਦੇ ਕਿਹੜੇ ਟੌਪਿਕਸ ਅਸੀਂ ਕਵਰ ਕਰ ਚੁੱਕੇ ਹਾਂ ਹਜੇ ਤੱਕ। बेसिक्स ऑफ इकोनॉमिक ग्रोथ कर चुके हैं, डेवलपमेंट कर चुके हैं, इन्फ्लेशन, मॉनेटरी पॉलिसी, फिस्कल पॉलिसी, एक्सटर्नल सैक्टर ते अज असी करांगे बजट ऑफ इंडिया 5 MCQs नाल ते इकोनॉमी ऑफ पंजाब 5 MCQs नाल। Alright, ते 10 MCQs करांगे in total because we have to clear the backlog of Saturday also, right? ते बहुत सारे students पूछ रहे हैं कि industrial relations दे MCQs कित्थे हैं। ਵੈਲ ਇੰਡਸਟਰੀਅਲ ਰਿਲੇਸ਼ਨਸ ਦੇ ਜਿਹੜੇ MCQs ਹੋਣਗੇ ਨਾ ਉਹ ਇਕੱਠੇ ਹੀ ਕਰਾ ਦਾਂਗੇ। ਜਿਸ ਤਰ੍ਹਾਂ ਅੱਜ ਮੈਂ ਤੁਹਾਨੂੰ 10 MCQs ਕਰਾ ਰਿਹਾ ਨਾ, ਬੈਕਲੌਗ ਜਿਹੜਾ ਹੈਗਾ ਉਹ ਇਕੱਠਾ ਕਰਾ ਰਿਹਾ, ਉਸੇ ਤਰ੍ਹਾਂ ਨਾ ਜਿਹੜਾ ਇੰਡਸਟਰੀਅਲ ਰਿਲੇਸ਼ਨਸ ਦਾ ਬੈਕਲੌਗ ਹੈਗਾ ਉਹ ਇਕੱਠਾ ਹੀ ਪੂਰਾ ਹੋ ਜਾਏਗਾ 20-30 ਕੁਐਸਚਨਸ ਨਾਲ, 20-30 MCQs ਨਾਲ। ਓਕੇ, ਤਾਂ ਤੁਸੀਂ ਘਬਰਾਓ ਮਤ, ਤੁਹਾਡੇ ਸਾਰੇ MCQs ਅਸੀਂ ਕਵਰ ਕਰਾਂਗੇ। ਕਲੀਅਰ। ਚਲੋ ਫਿਰ ਬਿਨਾਂ ਕਿਸੇ ਦੇਰੀ ਦੇ ਅਸੀਂ ਸਟਾਰਟ ਕਰਦੇ ਹਾਂ। ਅੱਜ 5 MCQs ਸ਼ੁਰੂਆਤ ਦੇ ਹੋਣਗੇ ਬਜਟ ਆਫ ਇੰਡੀਆ ਦੇ ਤੇ ਐਂਡ ਦੇ 5 MCQs ਹੋਣਗੇ ਇਕਨੋਮੀ ਆਫ ਪੰਜਾਬ। ਇਸ ਤਰੀਕੇ ਨਾਲ ਤੁਹਾਡਾ ਸਾਰਾ ਰਿਵਾਈਜ਼ ਹੋ ਜਾਊਗਾ। ਕਲੀਅਰ। ਇਹ ਪੂਰਾ ਸਿਲੇਬਸ ਹੀ ਅਸੀਂ MCQs ਰਾਹੀਂ ਰਿਵਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਲੀਅਰ। ਤਾਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਬਜਟ ਆਫ ਇੰਡੀਆ ਤੋਂ। ਕਲੀਅਰ। ਇੰਡੀਆ ਦਾ ਜਿਹੜਾ ਬਜਟ ਆਇਆ ਸੀ 2021 ਦੇ ਵਿੱਚ, ਠੀਕ ਹੈ। ਇਸ ਸਾਲ ਜਿਹੜਾ ਫਾਈਨੈਂਸ ਮਿਨਿਸਟਰ ਨੇ ਬਜਟ ਪੇਸ਼ ਕੀਤਾ ਸੀ ਉਸ ਬਜਟ ਦੇ ਵਿੱਚ ਨਾ ਬਹੁਤ ਡੇਟਾ ਦਿੱਤਾ ਹੋਇਆ, ਤਾਂ ਉਹ ਡੇਟਾ ਨੂੰ ਅਸੀਂ MCQs ਰਾਹੀਂ ਕਵਰ ਕਰਾਂਗੇ। ਆਲਰਾਈਟ, ਚਲੋ ਫਿਰ ਪਹਿਲਾ ਕੁਐਸਚਨ ਦੇਖਦੇ ਹਾਂ ਅਸੀਂ। ਵੇਅਰ ਇਜ਼ ਦ ਬਜਟ ਇੰਟਰੋਡਿਊਸਡ ਇਨ ਇੰਡੀਆ ਐਵਰੀ ਈਅਰ? ਠੀਕ ਹੈ। ਆਪਸ਼ਨ A ਰਾਜ ਸਭਾ, ਆਪਸ਼ਨ B ਲੋਕ ਸਭਾ, ਆਪਸ਼ਨ C ਜੁਆਇੰਟ ਸੈਸ਼ਨ ਆਫ ਪਾਰਲੀਮੈਂਟ, ਆਪਸ਼ਨ D ਰਾਸ਼ਟਰਪਤੀ ਭਵਨ। ਨਾਓ ਇਹ ਬਹੁਤ ਸੌਖਾ ਕੁਐਸਚਨ ਸੀਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਇਹ ਕੁਐਸਚਨ ਸੌਖਾ ਨਹੀਂ ਲੱਗ ਰਿਹਾ, ਤੁਸੀਂ ਨਹੀਂ ਸੋਲਵ ਕਰ ਸਕਦੇ, ਤਾਂ ਤੁਸੀਂ ਹਮੇਸ਼ਾ ਯਾਦ ਰੱਖਣਾ, ਹੁਣ ਮੈਂ ਦੱਸ ਰਿਹਾ ਤੁਹਾਨੂੰ ਕਿ ਬਜਟ ਵਿਲ ਆਲਵੇਜ਼ ਬੀ ਪ੍ਰੋਡਿਊਸਡ ਐਂਡ ਪ੍ਰੈਜ਼ੈਂਟਡ ਇਨ ਲੋਕ ਸਭਾ। ਲੋਕ ਸਭਾ ਦੇ ਵਿੱਚ ਹੀ ਤੁਸੀਂ ਬਜਟ ਨੂੰ ਪੇਸ਼ ਕਰਦੇ ਹੋ। ਹਾਂ, ਰਾਜ ਸਭਾ ਦੇ ਵਿੱਚ ਡਿਸਕਸ਼ਨ ਹੋ ਸਕਦੀ ਹੈ, ਪਰ ਲੋਕ ਸਭਾ ਦੇ ਵਿੱਚ ਹੀ ਤੁਸੀਂ ਪੇਸ਼ ਕਰਦੇ ਹੋ ਬਜਟ ਨੂੰ। ਆਲਰਾਈਟ, ਤਾਂ ਇਸ ਕੁਐਸਚਨ ਦਾ ਆਨਸਰ ਤਾਂ ਹੈਗਾ B। ਆਲਰਾਈਟ, ਚਲੋ ਨੈਕਸਟ ਕੁਐਸਚਨ। Which of the following estimates of receipts and expenditure reveals the estimates of the coming financial year? ਇਹ important ਚੀਜ਼ ਹੈਗੀ ਹੈ, ਧਿਆਨ ਨਾਲ ਸੁਣਨਾ। ਜਦ ਵੀ ਬਜਟ ਪੇਸ਼ ਹੁੰਦਾ ਹੈ ਨਾ, ਤਾਂ ਬਜਟ ਦੇ ਵਿੱਚ ਨਾ ਬਹੁਤ ਸਾਰੇ ਨੰਬਰਸ ਹੁੰਦੇ ਆ। ਜਿੱਦਾਂ ਗਵਰਨਮੈਂਟ ਤੁਹਾਨੂੰ ਦੱਸਦੀ ਹੈ ਇਸ ਸਾਲ ਟੋਟਲ ਐਕਸਪੈਂਡੀਚਰ ਕਿੰਨੇ ਸੀਗੇ, ਇਸ ਸਾਲ ਰੈਵਨਿਊ ਐਕਸਪੈਂਡੀਚਰ ਕਿੰਨਾ ਸੀਗਾ, ਫਿਸਕਲ ਡੈਫਿਸਿਟ ਕਿੰਨਾ ਸੀਗਾ, ਪ੍ਰਾਇਮਰੀ ਡੈਫਿਸਿਟ ਕਿੰਨਾ ਸੀਗਾ, ਬਹੁਤ ਸਾਰੇ ਨੰਬਰਸ ਹੁੰਦੇ ਆ। ਤੇ ਉਹਨਾਂ ਨੰਬਰਸ ਅੱਗੇ ਨਾ ਗਵਰਨਮੈਂਟ ਜਨਰਲੀ ਫੋਲੋਇੰਗ ਵਰਡਸ ਲਿਖਦੀ ਹੈ। ਕਦੇ ਲਿਖ ਦਿੰਦੀ ਹੈ RE, ਕਦੇ ਲਿਖ ਦਿੰਦੀ ਹੈ BE, ਕਦੇ ਲਿਖਿਆ ਹੁੰਦਾ ਹੈ AE ਤੇ ਕਦੇ ਲਿਖਿਆ ਹੁੰਦਾ ਹੈ PE। ਠੀਕ ਹੈ। ਤਾਂ ਇਹ ਸਾਰਿਆਂ ਦਾ ਮਤਲਬ ਕੀ ਹੈ? ਦੇਖਿਓ, RE ਦਾ ਮਤਲਬ ਹੈ ਰਿਵਾਈਜ਼ਡ ਐਸਟੀਮੇਟ, ਠੀਕ ਹੈ। BE ਦਾ ਮਤਲਬ ਹੈ ਬਜਟ ਐਸਟੀਮੇਟ, AE ਦਾ ਮਤਲਬ ਹੈ ਐਕਚੁਅਲ ਐਸਟੀਮੇਟਸ ਤੇ PE ਦਾ ਮਤਲਬ ਹੈ ਪ੍ਰੋਵੀਜ਼ਨਲ ਐਸਟੀਮੇਟਸ। ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਫਾਈਨੈਂਸ਼ੀਅਲ ਈਅਰ ਹੁੰਦਾ ਹੈ ਨਾ, ਜਿਹੜਾ ਇਕਨੋਮੀ ਦੇ ਪਰਸਪੈਕਟਿਵ ਨਾਲ ਜਦ ਅਸੀਂ ਇੱਕ ਸਾਲ ਨੂੰ ਮੈਜ਼ਰ ਕਰਦੇ ਹਾਂ ਤਾਂ ਉਹ ਜਨਵਰੀ ਤੋਂ ਸਟਾਰਟ ਨਹੀਂ ਹੁੰਦਾ, 1 ਅਪ੍ਰੈਲ ਨੂੰ ਸਟਾਰਟ ਹੁੰਦਾ ਤੇ ਅਗਲੇ ਸਾਲ 31 ਮਾਰਚ ਨੂੰ ਖਤਮ ਹੁੰਦਾ ਹੈ। ਰਾਈਟ, 1 ਅਪ੍ਰੈਲ ਤੋਂ ਲੈ ਕੇ 31 ਮਾਰਚ ਨੂੰ ਖਤਮ ਹੁੰਦਾ। ਨਾ ਹੁਣ ਬਜਟ ਤਾਂ ਪੇਸ਼ ਹੁੰਦਾ ਫੈਬਰੂਅਰੀ ਦੇ ਵਿੱਚ, ਰਾਈਟ। ਨਾ ਜਦ ਫੈਬਰੂਅਰੀ ਦੇ ਵਿੱਚ ਬਜਟ ਪੇਸ਼ ਹੋ ਰਿਹਾ ਹੈ ਨਾ, ਇਸ ਸਾਲ ਜਿਹੜਾ ਬਜਟ ਪੇਸ਼ ਹੋਇਆ ਸੀ ਉਹ ਪਤਾ ਕਿਹੜੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਪੇਸ਼ ਹੋਇਆ ਸੀ? ਇਸ ਸਾਲ ਜਿਹੜਾ ਬਜਟ ਪੇਸ਼ ਹੋਇਆ ਸੀ ਫੈਬਰੂਅਰੀ ਦੇ ਵਿੱਚ, ਉਹ ਪੇਸ਼ ਹੋਇਆ ਸੀ ਫੈਬ ਆਫ 2021। ਉਸ ਵੇਲੇ ਚੱਲ ਰਿਹਾ ਸੀ ਫਾਈਨੈਂਸ਼ੀਅਲ ਈਅਰ 2021, यानी कि 1 अप्रैल 2020 ਤੋਂ ਲੈ ਕੇ 31 ਮਾਰਚ 2021 ਤੱਕ। ਤਾਂ ਜਿਹੜਾ ਫੈਬਰੂਅਰੀ ਦੇ ਵਿੱਚ ਚੱਲ ਰਿਹਾ ਸੀ ਉਹ ਇਹ ਫਾਈਨੈਂਸ਼ੀਅਲ ਈਅਰ ਦੀ ਡਿਟੇਲਸ ਦਿੱਤੀ ਹੋਈ ਸੀ। ਨਾ ਧਿਆਨ ਨਾਲ ਸੁਣਨਾ, ਜਦ ਕੋਈ ਐਸਟੀਮੇਟ ਦੇ ਅੱਗੇ ਲਿਖਿਆ ਹੁੰਦਾ ਹੈ BE ਬਜਟਡ ਐਸਟੀਮੇਟ, ਉਹ ਪਤਾ ਕੀ ਦੱਸਦਾ? ਉਹ ਦੱਸਦਾ ਗਵਰਨਮੈਂਟ ਦੇ ਆਉਣ ਵਾਲਾ ਸਾਲ ਦੇ ਵਿੱਚ ਕਿੰਨਾ ਕੁ ਖਰਚਾ ਹੋਣਾ, ਕਿੰਨਾ ਕੁਝ ਰੈਵਨਿਊ ਹੋਣਾ, ਠੀਕ ਹੈ। ਉਹ ਆਉਣ ਵਾਲੇ ਸਾਲ ਦੀ ਪ੍ਰੋਜੈਕਸ਼ਨਸ ਕਰਦਾ। ਫॉर एग्जांपल ਜੇ ਗਵਰਨਮੈਂਟ ਨੇ ਲਿਖਿਆ ਹੋਇਆ ਕਿ ਕੈਪੀਟਲ ਐਕਸਪੈਂਡੀਚਰ 5 ਲੱਖ ਕਰੋੜ ਹੋਵੇਗਾ
BE ਦਾ ਮਤਲਬ ਨੈਕਸਟ ਈਅਰ 2021-22 ਦੇ ਵਿੱਚ ਗਵਰਨਮੈਂਟ ਐਕਸਪੈਕਟ ਕਰ ਰਹੀ ਹੈ ਕਿ ਕੈਪੀਟਲ ਐਕਸਪੈਂਡੀਚਰ ਇੰਨਾ ਕੁ ਹੋਵੇਗਾ। ਠੀਕ ਹੈ, ਨੈਕਸਟ ਫਾਈਨੈਂਸ਼ੀਅਲ ਈਅਰ ਦੇ ਬਾਰੇ ਦੱਸਦਾ ਬਜਟ ਐਸਟੀਮੇਟ। ਕਰੰਟ ਫਾਈਨੈਂਸ਼ੀਅਲ ਈਅਰ ਜਿਹੜਾ ਫਰਵਰੀ ਦੇ ਵਿੱਚ ਪੇਸ਼ ਕੀਤਾ ਤਾਂ ਕਰੰਟ ਫਾਈਨੈਂਸ਼ੀਅਲ ਈਅਰ ਤਾਂ ਇਹ ਚੱਲ ਰਿਹਾ। ਕਰੰਟ ਫਾਈਨੈਂਸ਼ੀਅਲ ਈਅਰ ਲਿਖਦੇ ਹੋ ਤੁਸੀਂ RE, ਰਿਵਾਈਜ਼ਡ ਐਸਟੀਮੇਟ। ਠੀਕ ਹੈ, ਤੇ ਜਿਹੜਾ ਸਾਲ ਬੀਤ ਚੁੱਕਿਆ ਹੈ 2019-20 ਉਹ ਜਾ ਚੁੱਕਿਆ ਹੈ। ਠੀਕ ਹੈ, ਪੂਰਾ ਖਤਮ ਵੀ ਹੋ ਚੁੱਕਿਆ ਹੈ। 2019-20 ਦੇ ਅੱਗੇ ਦੇ ਐਸਟੀਮੇਟਸ ਅੱਗੇ ਤੁਸੀਂ ਲਿਖਦੇ ਹੋ ਐਕਚੁਅਲ ਐਸਟੀਮੇਟਸ। ਠੀਕ ਹੈ, ਤੇ ਕਰੰਟ ਫਾਈਨੈਂਸ਼ੀਅਲ ਈਅਰ ਦੇ ਅੱਗੇ ਤੁਸੀਂ ਕਦੇ-ਕਦੇ ਪ੍ਰੋਵੀਜ਼ਨਲ ਐਸਟੀਮੇਟਸ ਵੀ ਲਿਖ ਦਿੰਦੇ ਹੋ। ਤਾਂ ਪ੍ਰੋਵੀਜ਼ਨਲ ਤੇ ਰਿਵਾਈਜ਼ਡ ਐਸਟੀਮੇਟਸ ਤਾਂ ਕਰੰਟ ਦੇ ਹੁੰਦੇ ਆ, ਬਜਟ ਐਸਟੀਮੇਟਸ ਨੈਕਸਟ ਈਅਰ ਦੇ ਹੁੰਦੇ ਆ, ਆਉਣ ਵਾਲਾ ਸਾਲ ਜਿਹੜਾ 2021 ਦੇ 1 ਅਪ੍ਰੈਲ ਤੋਂ ਸਟਾਰਟ ਹੋਣਾ, ਤੇ ਐਕਚੁਅਲ ਐਸਟੀਮੇਟਸ 2019-20 ਦੇ ਹੁੰਦੇ। ਕੁਐਸਚਨ ਦੇ ਵਿੱਚ ਪੁੱਛਿਆ ਹੋਇਆ which of the following estimates of receipts and expenditure reveals the estimates of coming financial year, ਆਉਣ ਵਾਲਾ ਸਾਲ 2021-22। ਠੀਕ ਹੈ, ਉਹ ਹੁੰਦਾ ਹੈ ਆਪਣਾ ਬਜਟ ਐਸਟੀਮੇਟਸ। ਠੀਕ ਹੈ, ਤੇ ਇਸ ਕੁਐਸਚਨ ਦਾ ਆਨਸਰ ਵੀ B ਹੈ, ਤੇ ਤੁਸੀਂ ਇਹ ਇਨਫੋਰਮੇਸ਼ਨ ਯਾਦ ਰੱਖਣੀ ਹੈ। ਰਿਵਾਈਜ਼ ਐਸਟੀਮੇਟ ਕੀ ਹੁੰਦਾ ਹੈ, ਐਕਚੁਅਲ ਐਸਟੀਮੇਟ ਕੀ ਹੁੰਦਾ ਹੈ, ਪ੍ਰੋਵੀਜ਼ਨਲ ਐਸਟੀਮੇਟ ਕੀ ਹੁੰਦਾ ਹੈ, ਬਜਟ ਐਸਟੀਮੇਟ ਕੀ ਹੁੰਦਾ ਹੈ। ਠੀਕ ਹੈ, ਕੁਐਸਚਨ ਪੁੱਛ ਸਕਦੇ ਆ। ਚਲੋ, ਕੁਐਸਚਨ ਨੰਬਰ 3, what is the total expenditure planned for the next fiscal according to the budget 2021-22? ਇਸ ਸਾਲ ਜਿਹੜਾ ਬਜਟ ਆਇਆ ਸੀ ਉਹਨੇ ਕੁਝ ਪਲੈਨਿੰਗ ਕੀਤੀ ਹੈ ਕਿ ਨੈਕਸਟ ਈਅਰ ਯਾਨੀ ਕਿ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ ਆਉਣ ਵਾਲਾ ਸਾਲ ਜਿਹੜਾ ਹੈ 2022 ਦੇ ਵਿੱਚ ਕਿੰਨਾ ਕੁ ਐਕਸਪੈਂਡੀਚਰ ਗਵਰਨਮੈਂਟ ਐਕਸਪੈਕਟ ਕਰ ਰਹੀ ਹੈ। ਠੀਕ ਹੈ, what is the total expenditure planned for the next fiscal according to the budget this? ਕਿੰਨਾ ਐਕਸਪੈਂਡੀਚਰ ਗਵਰਨਮੈਂਟ ਪਲਾਨ ਕਰ ਰਹੀ ਹੈ। ਇਹ ਟ੍ਰਿਵਿਆ ਵਾਲਾ ਕੁਐਸਚਨ ਹੈ, ਇਹਦੇ ਵਿੱਚ ਐਕਸਪਲੇਨੇਸ਼ਨ ਨਹੀਂ ਹੈ, ਤਾਂ ਮੈਂ ਸਿੱਧਾ ਆਨਸਰ ਦੱਸ ਦਿੰਦਾ। ਗਵਰਨਮੈਂਟ ਪਲਾਨ ਕਰ ਰਹੀ ਹੈ 34,83,236 ਕਰੋੜ, ਯਾਨੀ ਕਿ ਗਵਰਨਮੈਂਟ ਐਕਸਪੈਕਟ ਕਰ ਰਹੀ ਹੈ ਕਿ ਅਗਲੇ ਸਾਲ ਆਪਣਾ ਟੋਟਲ ਐਕਸਪੈਂਡੀਚਰ, ਰੈਵਨਿਊ ਐਕਸਪੈਂਡੀਚਰ ਪਲੱਸ ਕੈਪੀਟਲ ਐਕਸਪੈਂਡੀਚਰ, ਟੋਟਲ ਐਕਸਪੈਂਡੀਚਰ ਇੰਨਾ ਕੁ ਹੋਣਾ। ਠੀਕ ਹੈ, ਤਾਂ ਤੁਸੀਂ ਆਈਡੀਆ ਰੱਖਣਾ ਹੈ ਕਿ 30 ਕੁ ਲੱਖ ਕਰੋੜ ਦੀ ਮਾਰ ਹੈ ਸਾਡਾ ਬਜਟ। ਠੀਕ ਹੈ, 30 ਕੁ ਲੱਖ ਕਰੋੜ ਹੀ ਖਰਚਾ ਹੁੰਦਾ ਟੋਟਲ। ਕਲੀਅਰ, ਬਾਕੀ ਆਪਸ਼ਨਸ ਤੁਸੀਂ ਡਿਸਕਾਰਡ ਕਰਨੀ ਹੈ, ਤੇ 34,83,236 ਕਰੋੜ ਰੁਪੀਸ ਦਾ ਸਾਡਾ ਬਜਟਡ ਟੋਟਲ ਐਕਸਪੈਂਡੀਚਰ ਹੈ ਆਉਣ ਵਾਲੇ, ਜਿਹੜਾ ਹੁਣ ਚੱਲ ਰਿਹਾ ਕਰੰਟ ਈਅਰ, ਪਰ ਬਜਟ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਇਆ ਸੀ ਨਾ, ਤੇ ਇਹ ਹੈਗਾ। ਕਲੀਅਰ, ਚਲੋ ਕੁਐਸਚਨ ਨੰਬਰ 4, the budget 2021-22 proposal rests on 6 pillars. Which of the following is not a pillar? Now, ਇਸ ਸਾਲ ਜਿਹੜਾ ਬਜਟ ਪੇਸ਼ ਹੋਇਆ ਸੀ ਨਾ, ਗਵਰਨਮੈਂਟ ਆਫ ਇੰਡੀਆ ਨੇ ਕਲੀਅਰਲੀ ਦੱਸਿਆ ਹੈ ਕਿ ਨਾ it rests on 6 pillars, 6 ਪਿਲਰਸ ਦੇ ਉੱਤੇ ਸਟੈਂਡ ਕਰਦਾ ਹੈ। ਠੀਕ ਹੈ, ਪਹਿਲਾ ਪਿਲਰ ਹੈਗਾ ਹੈਲਥ ਐਂਡ ਵੈਲਬੀਇੰਗ। ਹੈਲਥ ਐਂਡ ਵੈਲਬੀਇੰਗ ਦਾ ਆਬਵੀਅਸਲੀ ਕਰੋਨਾ ਦਾ ਸਾਲ ਸੀਗਾ, ਤਾਂ ਇਸੇ ਕਰਕੇ ਹੈਲਥ ਨੂੰ ਤਾਂ ਪ੍ਰਾਇੋਰਟੀ ਦੇਣੀ ਹੈ। ਦੂਜਾ ਸੀਗਾ ਇਨਕਲੂਸਿਵ ਡਿਵੈਲਪਮੈਂਟ ਆਫ ਐਸਪੀਰੇਸ਼ਨਲ ਇੰਡੀਆ, ਇਹ ਦੂਜਾ ਪਿਲਰ ਸੀਗਾ। ਤੀਜਾ ਪਿਲਰ ਸੀਗਾ ਆਪਣਾ ਇਨੋਵੇਸ਼ਨ ਐਂਡ R&D। ਚੌਥਾ ਪਿਲਰ ਸੀਗਾ ਸਾਡਾ ਮਿਨੀਮਮ ਗਵਰਨਮੈਂਟ ਮੈਕਸਿਮਮ ਗਵਰਨੈਂਸ। ਠੀਕ ਹੈ, ਪੰਜਵਾਂ ਪਿਲਰ ਸੀਗਾ ਆਪਣਾ ਰੀਇਨਵਿਗੋਰੇਟਿੰਗ ਹਿਊਮਨ ਕੈਪੀਟਲ, ਹਿਊਮਨ ਰਿਸੋਰਸ ਡਿਵੈਲਪਮੈਂਟ, ਹਿਊਮਨ ਕੈਪੀਟਲ ਨੂੰ ਦੇ ਉੱਤੇ ਧਿਆਨ ਦੇਣਾ ਇਸ ਵਾਰੀ। ਠੀਕ ਹੈ, ਰੀਇਨਵਿਗੋਰੇਟਿੰਗ ਹਿਊਮਨ ਕੈਪੀਟਲ। ਤੇ 6th ਪਿਲਰ ਸੀਗਾ ਫਿਜ਼ੀਕਲ ਐਂਡ ਫਾਈਨੈਂਸ਼ੀਅਲ ਕੈਪੀਟਲ ਐਂਡ ਇਨਫਰਾਸਟ੍ਰਕਚਰ। ਇਹ 6 ਪਿਲਰ ਸੀਗੇ ਜਿਨ੍ਹਾਂ ਦੇ ਉੱਤੇ ਇਸ ਸਾਲ ਦਾ ਬਜਟ ਸਟੈਂਡ ਕਰਦਾ। ਤੁਸੀਂ ਆਪਸ਼ਨਸ ਜੋ ਦੇਖਣਾ, ਹੈਲਥ ਐਂਡ ਵੈਲਬੀਇੰਗ ਹੈਗਾ, ਇਨਕਲੂਸਿਵ ਡਿਵੈਲਪਮੈਂਟ ਫॉर ਐਸਪੀਰੇਸ਼ਨਲ ਇੰਡੀਆ ਹੈਗਾ, ਇਨੋਵੇਸ਼ਨ ਐਂਡ R&D ਹੈਗਾ, ਬਿਲਕੁਲ ਹੈਗਾ। ਪ੍ਰਾਈਵੇਟਾਈਜੇਸ਼ਨ ਨਹੀਂ ਹੈਗਾ ਕਿਤੇ। ਦੋ ਪ੍ਰਾਈਵੇਟਾਈਜੇਸ਼ਨ ਦੇ ਉੱਤੇ ਗਵਰਨਮੈਂਟ ਧਿਆਨ ਦੇ ਰਹੀ ਹੈ ਇਸ ਵਾਰੀ। ਗਵਰਨਮੈਂਟ ਆਫ ਇੰਡੀਆ ਪ੍ਰਾਈਵੇਟਾਈਜੇਸ਼ਨ ਕਰਨਾ ਚਾਹੁੰਦੀ ਹੈ, ਬਟ ਉਹਨੇ 6 ਪਿਲਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਨੂੰ ਨਹੀਂ ਰੱਖਿਆ।
ठीक है 6 पिलर्स यही हैगे हैं ते तुसीं इन्हां नूं याद रखना इंपॉर्टेंट है MCQ बन भी सकदा आ भी सकदा तुहाडे पेपर दे विच क्लियर ठीक है तो इस क्वेश्चन का आंसर है लिखा हुआ है ना विच ऑफ द फॉलोइंग इज नॉट अ पिलर इस क्वेश्चन का आंसर है डी बट थोनू 6 पिलर्स का पता लग गए हुण क्लियर चलो अगे चलते हैं क्वेश्चन नंबर 5 What is the projected capital expenditure planned for next fiscal? Now next fiscal दी जे गल कर रहे हैं तो इसका मतलब है BE है budget estimate ठीक है हुण तो तुहानू पता लग गया होना Now next financial year है next fiscal year दे विच गवर्नमेंट किन्ना को कैपिटल एक्सपेंडिचर प्लान कर रही है तुहानू पता है ना टोटल एक्सपेंडिचर जिहड़ा हुंदा है ਉਹ ਹੁੰਦਾ ਇੱਕ ਤਾਂ ਰੈਵਨਿਊ ਐਕਸਪੈਂਡੀਚਰ ਇੱਕ ਹੁੰਦਾ ਕੈਪੀਟਲ ਐਕਸਪੈਂਡੀਚਰ ਰਾਈਟ ਇਹ ਜਿਹੜਾ ਕੈਪੀਟਲ ਐਕਸਪੈਂਡੀਚਰ ਹੁੰਦਾ ਨੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਬਿਕੋਜ਼ ਇਹਦੇ ਰਾਹੀਂ ਹੀ ਗਵਰਨਮੈਂਟ ਇਨਫਰਾਸਟ੍ਰਕਚਰ ਤੇ ਸਪੈਂਡ ਕਰਦੀ ਹੈ ਜਿਹੜਾ ਰੈਵਨਿਊ ਐਕਸਪੈਂਡੀਚਰ ਹੈ ਉਹ ਤਾਂ ਸਬਸਿਡੀਜ਼ ਸੈਲਰੀ ਪੈਨਸ਼ਨ ਇੰਟਰਸਟ ਪੇਮੈਂਟਸ ਵੱਲ ਚਲੇ ਜਾਂਦਾ ਹੈ ਪਰ ਜਿਹੜਾ ਇਨਫਰਾਸਟ੍ਰਕਚਰ ਕੈਪੀਟਲ ਐਸੈਟਸ ਬਣਾਉਣ ਨੂੰ ਜਿਹੜਾ ਐਕਸਪੈਂਡੀਚਰ ਹੁੰਦਾ ਉਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਆ ਤੇ ਕਦੇ-ਕਦੇ ਨਿਊਜ਼ਪੇਪਰਸ ਦੇ ਵਿੱਚ ਤੇ ਕੁਐਸਚਨ ਪੇਪਰ ਦੇ ਵਿੱਚ ਵੀ ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਵੀ ਨਾ ਕਦੇ-ਕਦੇ ਲਿਖਿਆ ਹੁੰਦਾ ਕੇਪੈਕਸ capex is nothing but short form of capital expenditure ਕਦੇ-ਕਦੇ capital expenditure ਨੂੰ ਅਸੀਂ capex ਵੀ ਲਿਖ ਦਿੰਦੇ ਹਾਂ short form ਹੀ ਹੈਗਾ now ਕਿੰਨਾ ਕੋ capex ਅਸੀਂ expect ਕਰ ਰਹੇ ਹਾਂ government plan ਕਰ ਰਹੀ ਹੈ ਅਗਲੇ ਸਾਲ the answer is क्योंकि trivia based question है direct रट्टे मारने वाला question है तो इसे करके A है आंसर 5.54 लाख करोड़ हाँ पिछले साल पता कितना सीगा 4.3 लाख करोड़ हुण गवर्नमेंट अपना कैपिटल एक्सपेंडिचर वधा रही है ठीक है 4.3 लाख करोड़ तो गवर्नमेंट अगले साल कोशिश करेगी कि 5.54 लाख करोड़ होवे क्लियर तो इस क्वेश्चन का आंसर है ए क्लियर नाउ हुण बजट ऑफ इंडिया के क्वेश्चंस तो हो गए हुण असीं शिफ्ट करते हैं इकोनॉमी ऑफ पंजाब के MCQs वाल ठीक है तो हुण 5 क्वेश्चंस जिहड़े 5 MCQ जिहड़े आउण वाले हैं वो इकोनॉमी ऑफ पंजाब दे नाल रिलेटेड हैगे क्लियर क्वेश्चन नंबर 6 Which of the following sectors of Punjab economy showed positive growth in the financial year 2020-21? ਇਹ ਜਿਹੜਾ ਕੋਰੋਨਾ ਦਾ ਸਾਲ ਸੀਗਾ ਇਸ ਸਾਲ ਦੇ ਵਿੱਚ ਕਿਹੜੇ ਸੈਕਟਰ ਨੇ ਪੋਜ਼ਿਟਿਵ ਗਰੋਥ ਦਿਖਾਈ ਹੈ ਹੁਣ ਤੁਸੀਂ ਜਾਣਦੇ ਹੋ ਪੰਜਾਬ ਦੀ ਇਕਨੋਮੀ ਦੀ GDP ਹੁੰਦੀ ਹੈ ਉਹਨੂੰ ਅਸੀਂ GSDP ਕਹਿੰਦੇ ਆ GDP ਤਾਂ ਅਸੀਂ ਪੂਰੀ ਇਕਨੋਮੀ ਨੂੰ ਕਹਿੰਦੇ ਨਾ ਗ੍ਰੋਸ ਡੋਮੈਸਟਿਕ ਪ੍ਰੋਡਕਟ GSDP ਹੁੰਦਾ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਜੇ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਉਹਨੂੰ ਅਸੀਂ ਕਹਿੰਦੇ GSDP ਨਾ ਜਿਹੜੀ GSDP ਹੁੰਦੀ ਹੈ ਉਹ ਪੂਰੀ GSDP ਹੈ ਪੂਰੀ ਇਕਨੋਮੀ ਜਿਹੜੀ ਪੰਜਾਬ ਦੀ ਹੈ ਉਹਨੂੰ ਅਸੀਂ 3 ਸੈਕਟਰਸ ਦੇ ਵਿੱਚ ਵੰਡ ਲੈਂਦੇ ਹਾਂ ਇੱਕ ਤਾਂ ਹੁੰਦਾ ਐਗਰੀਕਲਚਰ ਐਂਡ ਅਲਾਈਡ ਐਕਟੀਵਿਟੀਜ਼ ਇੰਡਸਟਰੀਅਲ ਸੈਕਟਰ ਸਰਵਿਸਿਜ਼ ਸੈਕਟਰ ਠੀਕ ਹੈ ਨਾ ਪਿਛਲਾ ਸਾਲ ਜਿਹੜਾ ਸੀਗਾ ਕੋਰੋਨਾ ਦਾ ਸਾਲ ਸੀਗਾ ਪੂਰੀ ਦੀ ਪੂਰੀ ਪੰਜਾਬ ਦੀ GSDP ਡਿਕਲਾਈਨ ਹੀ ਹੋਈ ਹੈ पूरी दी पूरी GSDP डिक्लाइन हुई है यानी कि पंजाब दा GDP ग्रोथ रेट या GSDP ग्रोथ रेट नेगेटिव सीगा पंजाब दे विच इंडस्ट्रियल सेक्टर नेगेटिव ग्रोथ रेट दिखाया पंजाब दे सर्विसेज सेक्टर ने नेगेटिव ग्रोथ रेट दिखाया इंडिया दे भी सर्विसेज सेक्टर ने नेगेटिव ग्रोथ दिखाया इंडिया दे भी इंडस्ट्रियल सेक्टर ने नेगेटिव ग्रोथ दिखाया बट पंजाब दे जिहड़ा एग्रीकल्चर सेक्टर सीगा ना वो इकलौता सेक्टर सीगा जिन्हें पॉजिटिव ग्रोथ रेट दिखाया तो असीं कहंदे कि पंजाब दी इकोनॉमी दा सेवियर एग्रीकल्चर सेक्टर सीगा क्योंकि ये इक्को ही सेक्टर सीगा जिन्हें पॉजिटिव ग्रोथ दिखाई है बाकी सारे जिन्ने भी सेक्टर सीगे वो नेगेटिव ग्रोथ रेट दे विच नेगेटिव ग्रोथ रेट सीगी उन्हां दी ठीक है इसे करके ओवरऑल तो पंजाब दी इकोनॉमी कॉन्ट्रैक्ट कीती है नेगेटिव टेरिटरी दे विच चली गई सी बट ओनली एग्रीकल्चरल सेक्टर वॉज द शाइनिंग स्टार अमंग ऑल दी सेक्टर्स ते यही सूरत हाल ना इंडिया दा भी सीगा ठीक है इंडिया दे विच भी ओवरऑल जे इंडिया दी गल करिए असी टोटल नॉट जस्ट द स्टेट ऑफ पंजाब बट दी एंटायर कंट्री ਉਹਦੇ ਚ एग्रीकल्चर वॉज दी ओनली सेवियर बट पंजाब दी इकोनॉमी दे विच एग्रीकल्चर वॉज अ सुपर सेवियर ਤੇ ਇਹੀ ਇੱਕੋ ਜਿਹਾ ਸੈਕਟਰ ਸੀਗਾ ਜਿਹਨੇ ਪੋਜ਼ਿਟਿਵ ਗਰੋਥ ਰੇਟ ਦਿਖਾਈ ਹੈ ਤਾਂ ਇਸ ਕੁਐਸਚਨ ਦਾ ਆਨਸਰ ਤਾਂ ਇਹ ਹੈ ਐਗਰੀਕਲਚਰ ਐਂਡ ਅਲਾਈਡ ਐਕਟੀਵਿਟੀਜ਼ ਬਾਕੀ ਇੰਡਸਟਰੀਅਲ ਸੈਕਟਰ ਕੰਸਟਰਕਸ਼ਨ ਸੈਕਟਰ ਸਰਵਿਸਿਜ਼ ਸੈਕਟਰ ਇਹ ਸਾਰੇ ਨੈਗੇਟਿਵ ਟੈਰੀਟਰੀ ਦੇ ਵਿੱਚ ਸੀਗੇ ਠੀਕ ਹੈ ਜੀ ਚਲੋ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 7 Which subsector of services sector has the highest contribution to services GSDP of Punjab? पंजाब ਦੀ ਜਿਹੜੀ GSDP ਹੈ ਉਹਦੇ ਵਿੱਚ ਸਰਵਿਸਿਜ਼ ਸੈਕਟਰ ਹੈਗਾ ਤੇ ਸਰਵਿਸਿਜ਼ ਸੈਕਟਰ ਦੇ ਵੀ ਨਾ ਬਥੇਰੇ ਸਬ ਸੈਕਟਰਸ ਹੈਗੇ ਆ ਜਿੱਦਾਂ ਸਰਵਿਸਿਜ਼ ਫਾਈਨੈਂਸ਼ੀਅਲ ਸਰਵਿਸਿਜ਼ ਵੀ ਹੁੰਦੀ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਵੀ ਹੈ ਟਰਾਂਸਪੋਰਟ ਸਰਵਿਸ ਹੁੰਦੀ ਹੈ ਸਟੋਰੇਜ ਸਰਵਿਸ ਹੁੰਦੀ ਹੈ ਕਮਿਊਨੀਕੇਸ਼ਨ ਸਰਵਿਸ ਹੁੰਦੀ ਹੈ ਹੋਟਲ ਐਂਡ ਰੈਸਟੋਰੈਂਟ ਦੀ ਸਰਵਿਸ ਹੁੰਦੀ ਹੈ ਟ੍ਰੇਡ ਸਰਵਿਸ ਹੁੰਦੀ ਹੈ ਰਿਪੇਅਰ ਸਰਵਿਸ ਹੁੰਦੀ ਹੈ ਨਾ ਇਹ ਜਿਹੜਾ ਕੁਐਸਚਨ ਹੈ ਤੁਹਾਡੇ ਤੋਂ ਪੁੱਛ ਰਿਹਾ ਹੈ ਕਿ ਓਵਰਆਲ ਜਿੰਨਾ ਸਰਵਿਸ ਸੈਕਟਰ ਹੈਗਾ
ਉਹ ਓਵਰਆਲ ਸਰਵਿਸ ਸੈਕਟਰ ਦੇ ਵਿੱਚ ਕਿਸ ਸਬ ਸੈਕਟਰ ਦਾ ਸਭ ਤੋਂ ਜ਼ਿਆਦਾ ਸ਼ੇਅਰ ਹੈ, ਸਭ ਤੋਂ ਜ਼ਿਆਦਾ ਡੋਮੀਨੈਂਟ ਕਿਹੜਾ ਸਬ ਸੈਕਟਰ ਹੈ। ਤੁਸੀਂ ਧਿਆਨ ਨਾਲ ਸੁਣਨਾ, ਪੰਜਾਬ ਦੇ ਵਿੱਚ ਸਰਵਿਸਿਜ਼ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਡੋਮੀਨੈਂਟ ਸਬ ਸੈਕਟਰ ਹੈਗਾ ਟ੍ਰੇਡ, ਰਿਪੇਅਰ, ਹੋਟਲਸ ਐਂਡ ਰੈਸਟੋਰੈਂਟ। ਇਸ ਕੁਐਸਚਨ ਦਾ ਆਨਸਰ ਤਾਂ A ਹੈਗਾ। ਠੀਕ ਹੈ, ਸਭ ਤੋਂ ਜ਼ਿਆਦਾ ਡੋਮੀਨੈਂਟ ਹੈ ਟ੍ਰੇਡ ਰਿਪੇਅਰ, ਬਾਕੀ ਸਾਰਿਆਂ ਦਾ ਸ਼ੇਅਰ ਘੱਟ ਹੈ। ਬਸ ਟ੍ਰੇਡ, ਰਿਪੇਅਰ, ਹੋਟਲ, ਰੈਸਟੋਰੈਂਟ ਪੰਜਾਬ ਦੀ ਇਕਨੋਮੀ ਦੇ ਵਿੱਚ ਸਭ ਤੋਂ ਡੋਮੀਨੈਂਟ ਸਰਵਿਸਿਜ਼ ਸੈਕਟਰ ਹੈਗਾ, ਸਰਵਿਸਿਜ਼ ਸਬ ਸੈਕਟਰ ਹੈਗਾ। ਆਲਵੇਜ਼ ਰਿਮੈਂਬਰ ਦਿਸ, trade, repair, hotel and restaurant has the highest contribution amongst in services GSDP. ठीक है, question का answer है A. Question number 8, which of the following districts of Punjab has the highest per capita income? Now generally किसी ने जे नहीं पढ़ा होया ना A वाला सवाल, तो जनरली हर इंसान ना लुधियाना ते टिक कर देगा, क्योंकि लुधियाना सब तो ज्यादा कंट्रीब्यूट कर रहा ना, सब तो बड़ा इंडस्ट्रीयल सैक्टर हैगा, सब तो बड़ा इंडस्ट्रीयल डिस्ट्रिक्ट हैगा साडा, राइट। पर तुहानू पता होना चाहिए है सब तो ज्यादा पर कैपिटा इनकम। हुण पर कैपिटा इनकम की हुंदा है? पर कैपिटा इनकम हुंदा है टोटल इनकम डिवाइडेड बाय पॉपुलेशन। ते किसी डिस्ट्रिक्ट दी पर कैपिटा इनकम दा मतलब की होगा उस डिस्ट्रिक्ट दी टोटल इनकम डिवाइडेड बाय पॉपुलेशन, राइट। ये हुंदा पर कैपिटा इनकम। तो पता है किस डिस्ट्रिक्ट दी हाईएस्ट पर कैपिटा इनकम है? रोपड़ दी, रूपनगर। रोपड़ दी सब तो ज्यादा हाईएस्ट पर कैपिटा इनकम है। उदों बाद नंबर लगदा लुधियाने दा, एसएस नगर दा, उदे बाद गुरदासपुर दी सब तो घट है। गुरदासपुर हैज द लोएस्ट पर कैपिटा इनकम। ये तुसी याद रखना, क्योंकि क्वेश्चन ये भी हो सकता सी विच ऑफ द फॉलोइंग डिस्ट्रिक्ट्स हैज द लोएस्ट पर कैपिटा इनकम। गुरदासपुर दी लोएस्ट पर कैपिटा इनकम हैगी है, रूपनगर, रोपड़ दी सब तो ज्यादा पर कैपिटा इनकम हैगी है। आंसर इस क्वेश्चन दा भी ए है। क्वेश्चन नंबर 9, According to the Periodic Labour Force Survey 2017-18, a latest survey सीगा Labour Force दा, Periodic PLFS, which industrial subsector has the highest share in employment in Punjab? ਤੁਹਾਨੂੰ अगेन पता होना चाहिए, जिस तरह सर्विसेज सेक्टर दे सब सेक्टर हैगे उसी तरह इंडस्ट्रीयल सेक्टर दे भी ना सब सेक्टर हैगे। किहड़े-किहड़े हैं वो सब सेक्टर? मैन्युफैक्चरिंग हैगा एक सब सेक्टर, ठीक है, कंस्ट्रक्शन होवेगा, कंस्ट्रक्शन भी हैगा एक सब सेक्टर, ठीक है, माइनिंग हैगा एक सब सेक्टर, माइनिंग एंड क्वारिंग, ते चौथा हैगा इलेक्ट्रिसिटी, वाटर एंड अदर पब्लिक यूटिलिटीज, ठीक है। ये सब सेक्टर्स हैगे पंजाब दे इंडस्ट्रीयल सेक्टर दे। ना सब तो ज्यादा शेयर ओवरऑल इंप्लॉयमेंट दे विच किस सब सेक्टर दा हैगा? मैन्युफैक्चरिंग दा। सब तो ज्यादा शेयर हैगा मैन्युफैक्चरिंग दा, फिर उदों बाद नंबर लगदा है कंस्ट्रक्शन दा, तीजा नंबर हैगा इलैक्ट्रिसिटी दा, ते चौथा नंबर हैगा माइनिंग एंड क्वारिंग दा। ये मैं थोनू क्रोनोलॉजी दे विच थोनू पाता है, ठीक है। मैन्युफैक्चरिंग दा सब तो ज्यादा शेयर है, कंस्ट्रक्शन दा उस तो घट शेयर हैगा, बट सेकंड नंबर ते हैगा। थर्ड इज इलैक्ट्रिसिटी, फोर्थ इज माइनिंग एंड क्वारिंग। कंस्ट्रक्शन सैक्टर बहुत इंपॉर्टेंट सैक्टर हैगा पंजाब दी इकोनॉमी दे विच, बट इंडस्ट्रीयल सैक्टर दे विच सब तो ज्यादा डोमिनेंट सब सैक्टर इंप्लॉयमेंट दे हिसाब नाल मैन्युफैक्चरिंग है, ठीक है। चलो क्वेश्चन नंबर 10, अकॉर्डिंग टू नबार्ड ऑल इंडिया रूरल फाइनेंशियल इंक्लूजन सर्वे, ये होया सी 2018 दे विच। NABARD All India Rural Financial Inclusion Survey, which Indian state has the highest average agricultural household monthly income? Average agricultural household monthly income किस state दी सब तो ज्यादा है? Well, पंजाब दी सब तो ज्यादा हाउसहोल्ड एग्रीकल्चरल हाउसहोल्ड मंथली इनकम हैगी है अकॉर्डिंग टू दिस सर्वे ऑफ NABARD। तब पंजाब दी सब तो ज्यादा है, सेकंड नंबर दे विच हरियाणा है, थर्ड नंबर दे विच केरला हैगा, ठीक है। सब तो ज्यादा पंजाब दी है, कुछ 23,000 दे टू 23,000 हैगी है मंथली इनकम एग्रीकल्चरल हाउसहोल्ड दी ऑन एवरेज, ठीक है। तो इस क्वेश्चन का आंसर है सी, इस क्वेश्चन का आंसर ए सीगा, ठीक है, मैं मार्क करना भुल गया। इस क्वेश्चन का आंसर है सी, ठीक है। तो इसे नाल साडे अपने खत्म हुंदे हैं टॉपिक्स केड़े-केड़े? बजट ऑफ इंडिया, इकोनॉमी ऑफ पंजाब। नाउ असी मूव करांगे पंजाब बजट वाल, उदों बाद प्लैनिंग,
ਟੈਕਸੇਸ਼ਨ ਰੂਲਸ, ਕਸਟਮ, ਐਕਸਾਈਜ਼, ਲਾਇਸੈਂਸਿੰਗ ਆਫ ਇੰਡਸਟਰੀਅਲ ਯੂਨਿਟ, MSME। ਤੇ ਛੇਤੀ ਛੇਤੀ ਅਸੀਂ ਤੁਹਾਡੇ ਸਾਰੇ MCQs ਕਵਰ ਕਰ ਦਾਂਗੇ। ਕਲੀਅਰ? ਠੀਕ ਹੈ, ਚਲੋ ਫਿਰ दैट्स इट फ्रॉम माय साइड गाइस, थैंक यू सो मच।